ਫਲਕਚੁਏਸ਼ਨ ਹੋ ਗਈ। ਸਾਡਾ ਬੱਚਾ ਪਹਿਲੇ ਜਿਹੜਾ ਸੀਗਾ ਉਹ ਨਹੀਂ ਕਰ ਰਿਹਾ ਸੀ, ਹੁਣ ਕਰਨਾ ਸ਼ੁਰੂ ਹੋ ਗਿਆ। ਨੈਗੇਟਿਵ ਬਿਹੇਵੀਅਰ ਕਿ ਜਿਵੇਂ ਫਿੰਗਰ ਮੈਨਰਿਜ਼ਮਸ ਨਹੀਂ ਕਰਦੇ ਸੀ, ਬਿਹੇਵੀਅਰਸ ਦੀ ਫਲਕਚੁਏਸ਼ਨ ਹੋ ਰਹੀ ਹੈ। ਸਾਡਾ ਬੱਚਾ ਪਹਿਲੇ ਜਿਹੜਾ ਸੀਗਾ ਉਹ ਨਹੀਂ ਕਰ ਰਿਹਾ ਸੀ, ਹੁਣ ਕਰਨਾ ਸ਼ੁਰੂ ਹੋ ਗਿਆ। ਨੈਗੇਟਿਵ ਬਿਹੇਵੀਅਰ, ਠੀਕ ਹੈ। कोई कि जिਵੇਂ फिंगर मैनरिज्म्स नहीं करते सी, किसी ने नोट किए होंगे केड़े-केड़े पॉइंट्स ने? यस, जैसे पहले फर्स्ट ऑफ ऑल कॉमन पॉइंट था कि क्राइम पहले से ज्यादा बढ़ गई है, पहले इतनी नहीं थी, अब ज्यादा हो गई है। देन नेक्स्ट कुछ मैनरिज्म्स ऐसे हैं, फिंगर मैनरिज्म्स कईयों का पॉइंट आया था कि पहले नहीं थे, जो पहले अनसीन थी, अब वो कुछ चीजें ज्यादा घर में ऑब्जर्व होनी शुरू हो गई हैं। देन उसके बाद माउथिंग ज्यादा नहीं थी पहले, अब थोड़ी इंक्रीज हो गई है। कुछ स्लीप में इश्यूज हैं, कुछ खाना का इशू है कि पहले अच्छा डाइट ले रहा था, अभी थोड़ी सी उसकी कम हो गई है। तो ऐसे कुछ फ्लक्चुएशंस हर चीज में नोटिस हो रहे हैं। या बच्चा को रोने ज्यादा लग गया है। हालांकि वेरी हम्बली वो साथ में ये भी बैलेंस कर देते हैं कि हम ये नहीं कह रहे कि बच्चे में इंप्रूवमेंट नहीं है। मतलब अब वो ये चीजें करता भी है, हम इससे भी खुश हैं, हम ये भी खुश हैं, बट अब हम ऑब्जर्व कर रहे हैं कि ये चीज में चेंज आ गया है। अब हम ऑब्जर्व कर रहे हैं कि ये चीज एक नई आ गई है। सो ये जो पॉइंट है ना, इसको फिर एक बार समझना पड़ेगा। कभी भी एक सिंगल पैटर्न नहीं चलेगा। और ਇਹ ਮੇਰੇ ਖਾਲੀ ਜਿਹੜੇ ਬੱਚੇ ਆਟਿਜ਼ਮ ਸਪੈਕਟਰਮ ਤੇ ਨੇ, ਮੈਂ ਉਹਨਾਂ ਦੇ ਵਾਸਤੇ ਕਿਉਂ ਗੱਲ ਕਰਾਂ। ਅਸੀਂ ਆਪਣੇ ਘਰ ਵਿੱਚ ਨਿਊਰੋਟਿਪੀਕਲੀ ਗਰੋਇੰਗ ਬੱਚਿਆਂ ਦੇ ਅੰਦਰ ਵੇਰੀਏਸ਼ਨ ਨਹੀਂ ਦੇਖਦੇ। ਕਈ ਦਿਨਾਂ 'ਚੋਂ ਜ਼ਿਆਦਾ ਖੁਸ਼ ਨੇ, ਕਈ ਦਿਨਾਂ 'ਚੋਂ ਚਿੜਚਿੜੇ ਨੇ, ਕਈ ਦਿਨਾਂ 'ਚੋਂ देयर आर मल्टीपल फैक्टर्स। और फिर बच्चे ही क्यों, ਅਸੀਂ ਆਪਣੇ ਬਿਹੇਵੀਅਰ ਨੂੰ ਨਹੀਂ ਦੇਖਦੇ। ਸਾਡਾ ਬਿਹੇਵੀਅਰ ਕਈ ਦਿਨਾਂ 'ਚ ਬਹੁਤ ਖੁਸ਼ ਚੱਲਦਾ, ਕਈ ਦਿਨਾਂ 'ਚ ਅਸੀਂ ਵੱਡੀ ਤੋਂ ਵੱਡੀ ਚੀਜ਼ਾਂ ਨੂੰ ਵੀ ਇਗਨੋਰ ਮਾਰ ਦਿੰਦੇ ਹਾਂ। ਔਰ ਕਦੀ-ਕਦੀ ਕੁਝ ਦਿਨਾਂ ਵਾਸਤੇ ਅਸੀਂ ਅਚਾਨਕ ਚੇਂਜ ਹੋ ਜਾਂਦੇ ਹਾਂ। ਕੁਝ ਦਿਨਾਂ 'ਚ ਇੰਨੇ ਚਿੜਚਿੜੇ ਹੋ ਜਾਂਦੇ ਹਾਂ ਕਿ ਘਰ ਵਾਲੇ ਵੀ ਟੋਕਣ ਲੱਗ ਜਾਂਦੇ ਨੇ, ਅੱਜ ਤੈਨੂੰ ਹੋਇਆ ਕੀ ਹੈ। दिस इज सो नॉर्मल। पता की है, ਅਸੀਂ ਆਪ ਹੋਈਏ, ਬੱਚੇ ਹੋਣ, ਨਿਊਰੋਟਿਪੀਕਲ ਬੱਚੇ ਹੋਣ ਜਾਂ ਸਪੈਕਟਰਮ ਤੇ ਬੱਚੇ ਹੋਣ, ਜਾਂ ਜਿਵੇਂ ਅਸੀਂ ਨਿਊਰੋ ਡਾਈਵਰਸ ਬੱਚੇ ਦੀ ਪੋਪੂਲੇਸ਼ਨ ਕਹੀਦਾ, देयर आर मल्टीपल फैक्टर्स जो जाने अनजाने ਚ ਸਾਨੂੰ ਡਿਸਟਰਬ ਕਰਦੇ ਨੇ। ਇਹ ਮੌਸਮ ਹੋ ਸਕਦਾ ਹੈ, ਇਹ ਸਾਡੇ ਕੋਈ ਖਾਣ ਪੀਣ ਦਾ ਪੈਟਰਨ ਹੋ ਸਕਦਾ ਹੈ, ਕੋਈ ਸਾਡੇ ਘਰ ਕੋਈ ਆਇਆ ਹੋ ਸਕਦਾ ਹੈ, ਕੋਈ ਗਿਆ ਹੋ ਸਕਦਾ ਹੈ, ਅਸੀਂ ਕਿਤੇ ਘੁੰਮਣ ਗਏ ਹੋ ਸਕਦੇ ਹਾਂ, ਸਾਡੇ ਕੋਈ ਹੋਰ ਇਵੈਂਟਸ ਹੋ ਸਕਦੇ ਨੇ, कुछ भी। देयर आर माइक्रो फैक्टर्स। माइक्रो मतलब छोटे तो छोटा भी कोई कारण हो सकता है जिहदी वजह नाल असीं डिस्टर्ब हो सकते हैं। इसनूं मैं बीइंग अ साइकोलॉजिस्ट मैं बड़े अच्छे तरीके नाल इसनूं तुहानूं मैं दसना चाहांगा कि इहदे वास्ते अपने उत्ते भी लो, साडे उत्ते बार-बार कुछ चीज़ां दा प्रभाव आ जांदा है जिसदा सानूं पता भी नहीं चलदा, और असीं या तां ओवरवेल्ड होके खुश हो जाइदा है या फिर असीं उस दे अंदर डिस्टर्ब हो जाइदा है। प्लीज टेक इट वेरी नैचुरली। ਇਹਦੇ ਚ ਹੁੰਦਾ ਕੀ ਹੈ, ਕੱਲ ਤੋਂ ਇਦਾਂ ਕਰ ਰਿਹਾ, ਪਿਛਲੇ 3 ਦਿਨਾਂ ਤੋਂ ਇਦਾਂ ਕਰ ਰਿਹਾ, ਹੁਣ ਮੈਨੂੰ ਕਿਵੇਂ ਪਤਾ ਚੱਲੇਗਾ? ਕੋਈ ਵੀ ਫੈਕਟਰ ਹੋ ਸਕਦੇ ਨੇ। ਔਰ ਇਹਦੇ ਚ ਵੀ ਇੱਕ ਮੈਂ ਪ੍ਰੋਮੀਨੈਂਟ ਹੋਰ ਦੇਖਿਆ, ਜੇ ਵਿੱਚ ਕੋਈ ਬ੍ਰੇਕ ਆਇਆ ਹੋਵੇ ਤਾਂ, ਕਿਉਂਕਿ ਮੰਨ ਲਓ 3 ਦਿਨ ਦੀ ਛੁੱਟੀ ਹੋ ਗਈ ਬੱਚੇ ਦੀ ਕਿਸੇ ਕਾਰਨਵਸ਼, ਬਈ ਸੈਟਰਡੇ ਸੰਡੇ ਵੈਸੀ ਛੁੱਟੀ ਸੀ ਔਰ ਫਰਾਈਡੇ ਦੀ ਤੁਸੀਂ ਲੈ ਲਿੱਤੀ ਜਾਂ ਮੰਡੇ ਦੀ ਤੁਸੀਂ ਲੈ ਲਿੱਤੀ, 3 ਦਿਨ ਦਾ ਬ੍ਰੇਕ ਆ ਗਿਆ, ਬੱਚੇ ਦਾ ਰੂਟੀਨ ਥੋੜਾ ਹਟ ਗਿਆ। ਹੁਣ ਬੱਚਾ ਟਿਊਜ਼ਡੇ ਨੂੰ ਆ ਰਿਹਾ, ਉਸ ਦਿਨ ਜ਼ਿਆਦਾ ਚਿੜਚਿੜਾ, ਹੁਣ ਕਿਉਂਕਿ ਉਹ ਜ਼ਿਆਦਾ ਚਿੜਚਿੜਾ ਹੈ ਤੇ ਮੇਰਾ ਤੇ ਉਹੀ ਪੈਟਰਨ ਚੱਲ ਰਿਹਾ, 1 on 1 ਚੱਲ ਰਿਹਾ, ਉਸ ਟਾਈਮ ਉਹ ਬੱਚਾ ਇਧਰੋਂ ਦੀ ਹੋਰ ਫਰਸਟ੍ਰੇਟਡ ਹੋ ਕੇ ਕਰ ਜਾਏਗਾ। ਸੋ ਉਹਨੂੰ ਇੱਕ ਵਿਸ਼ੀਅਸ ਸਰਕਲ ਸ਼ੁਰੂ ਹੋ ਜਾਏਗਾ। ਹੋ ਸਕਦਾ ਹੈ ਮੋਸਟਲੀ ਜੋ ਮੈਂ ਅਗਰ ਇਸ ਨੂੰ ਬਿਹੇਵੀਅਰ ਆਬਜ਼ਰਵੇਸ਼ਨ ਦੇ ਪੁਆਇੰਟ ਆਫ View ਨਾਲ ਦੇਖਾਂ ਤੇ ਬੱਚਿਆਂ ਦੀ ਅਗਰ 2-3-4 ਦਿਨ ਦੀ ਅਗਰ ਛੁੱਟੀ ਹੋ ਜਾਏ ਔਰ ਅਗਰ ਉਹ ਜਦੋਂ ਰੀਜੁਆਇਨ ਕਰਦੇ ਨੇ, ਸਾਨੂੰ ਫਿਰ 2-3 ਦਿਨ ਲੱਗਦੇ ਨੇ ਉਹ ਬੱਚੇ ਨੂੰ ਵਾਪਸ ਲਿਆਉਣ ਵਾਸਤੇ, ਕਿਉਂਕਿ ਉਹਨਾਂ ਦੇ ਦਿਮਾਗ ਵਿੱਚ ਉਹ ਹੁਣ ਪੈਟਰਨ ਚੇਂਜ ਹੋ ਗਿਆ। ਹਾਲਾਂਕਿ पेरेंट्स ऐसे तो कंसर्न हो सकते नहीं कि इस तरह फिर किवें चलेगा, ऐसा कभी भी छुट्टी हो, पर इट्स ओके। ये सारी चीज ऐसे नाल नाल ही चलेगी, फिर धीरे धीरे एज द इंटेंसिटी एज द फ्रीक्वेंसी कट होती जाएगी। सो इट्स अ लॉन्ग प्रोसेस। सो डरना घबराना नहीं है, अनलेस एंड अनटिल कोई बहुत मेजर चीज हो रही है, कोई बहुत मेजर कोई रिस्क टाइप बिहेवियर हो रहा है कि अचानक बच्चे ने हेड बैंगिंग शुरू कर दी है, अचानक बच्चा बहुत ज्यादा डरन लग गया है, तो चेक करना पड़ेगा कि कितने की प्रॉब्लम आ रही है। और ਉਹਦੇ ਅੰਦਰ ਹੈ ਕੋਈ ਤੁਹਾਡੀ ਤਰਫ ਉਂਗਲੀ ਜਾਂ ਮੇਰੀ ਤਰਫ ਉਂਗਲੀ ਨਹੀਂ ਹੈ। ਕੀ ਪਤਾ ਮੇਰੇ ਇੱਥੇ ਥੈਰੇਪੀ ਪ੍ਰੋਟੋਕਾਲਸ ਇੱਕਦਮ ਚੇਂਜ ਹੋ ਗਏ ਹੋਣ। ਆਮ ਤੌਰ ਤੇ ਮੈਨੂੰ ਕੀ ਆਉਂਦਾ ਕਿ ਜਦੋਂ ਤੇ ਫਸਟ ਪੀਐਮਟੀ ਸੀ ਉਦੋਂ ਠੀਕ ਸੀ, ਉਸ ਤੋਂ ਬਾਅਦ ਬੱਚਾ ਡਿਸਟਰਬ ਹੋ ਗਿਆ, ਉਸ ਤੋਂ ਬਾਅਦ ਅਚਾਨਕ ਹੀ ਹਫਤੇ 10 ਦਿਨਾਂ ਤੋਂ ਬਾਅਦ ਤੋਂ ਅਸੀਂ ਦੇਖ ਰਹੇ ਹਾਂ ਬਦਲਿਆ ਜਾਏ। ਬਦਲੇਗਾ ਕਿਉਂ? ਬਦਲੇਗਾ ਕਿਉਂਕਿ ਫਸਟ ਪੀਐਮਟੀ ਹੋ ਗਈ, ਉਸਦੇ ਗੋਲਸ ਰਿਵਾਈਜ਼ ਹੋ ਗਏ। ਜਿਹੜੀ ਚੀਜ਼ਾਂ ਉਹ ਬੜੀ ਕੰਫਰਟੇਬਲੀ ਪਹਿਲੇ ਕਰ ਰਿਹਾ ਸੀਗਾ ਉਹ ਅਸੀਂ ਕਰਾਉਣੀਆਂ ਬੰਦ ਕਰ ਦਿੱਤੀਆਂ, ਕਿਉਂਕਿ ਹੁਣ ਅਸੀਂ ਤੁਹਾਨੂੰ ਸਿਖਾ ਦਿੱਤੀਆਂ। ਸੋ ਅਸੀਂ ਕਿਹੜੇ ਲਿੱਤੇ? ਸਾਰੇ ਨਵੇਂ ਗੋਲ ਲਿੱਤੇ। ਹੁਣ ਜਦੋਂ ਸਾਰੇ ਨਵੇਂ ਗੋਲ ਲਿੱਤੇ ਬੱਚਾ ਡਿਸਟਰਬ ਹੋ ਗਿਆ, ਬਟ ਇਟਸ ਅ ਨੈਚੁਰਲ ਪ੍ਰੋਸੈਸ।
ਹਾਲਾਂਕਿ ਇਸ ਨੂੰ ਅਸੀਂ ਬਹੁਤ ਗ੍ਰੈਜੂਅਲੀ ਹੀ ਇੰਟਰੋਡਿਊਸ ਕਰੀਦਾ ਹੈ, ਬਟ ਹਰ ਬੱਚਾ ਅਲੱਗ ਹੈ। ਇਹ ਨਹੀਂ ਕਿ ਸਾਰੇ ਬੱਚੇ ਡਿਸਟਰਬ ਹੁੰਦੇ ਨੇ, ਬਟ ਕੁਝ ਬੱਚੇ ਹੋ ਸਕਦੇ ਨੇ। ਔਰ ਅਗਰ ਸਾਨੂੰ ਇਹ ਲੱਗੇ ਕਿ ਸਾਡੇ ਕੋਈ ਥੈਰੇਪੀ ਪ੍ਰੋਟੋਕੋਲ ਚੇਂਜ ਕਰਨ ਨਾਲ ਬੱਚਾ ਹਾਈਲੀ ਇਰੀਟੇਟ ਹੋ ਗਿਆ ਹੈ ਔਰ ਘਰ ਵਿੱਚ ਬਹੁਤ ਜ਼ਿਆਦਾ ਡਿਸਟਰਬੈਂਸ ਹੋ ਰਹੀ ਹੈ, ਕੋਈ ਪ੍ਰੋਬਲਮ ਨਹੀਂ ਹੈ, ਸਾਨੂੰ ਦੱਸੋ, ਅਸੀਂ ਵਾਪਸ ਉਸ ਨੂੰ ਥੋੜਾ ਸੌਫਟ ਕਰ ਦਾਂਗੇ। ਤਦ ਤਾਂ ਮੈਂ ਕਹਿੰਦਾ ਇੱਕ ਵਾਰੀ 11 ਸਾਡੀ ਕੋਈ ਜਿੱਦ ਥੋੜੀ ਨਾ ਕਿ ਅਸੀਂ ਇਹੀ ਚੀਜ਼ ਕਰਨੀ ਹੈ। ਬੱਚੇ ਦੇ ਹਿਸਾਬ ਨਾਲ ਬਹੁਤ ਸਾਰੀਆਂ ਚੀਜ਼ਾਂ ਅਸੀਂ ਰੀਐਡਜਸਟ ਕਰਾਂਗੇ। ਬਹੁਤ ਸਾਰੀ ਚੀਜ਼ਾਂ ਇਕੱਠੀਆਂ ਨਿਊ ਇੰਟਰੋਡਿਊਸ ਕਰਨ ਨਾਲ ਬੱਚਾ ਡਿਸਟਰਬ ਹੋ ਸਕਦਾ ਹੈ। ਤੁਹਾਨੂੰ ਲੱਗ ਰਿਹਾ ਹੈ ਕਿ ਉਹ ਜ਼ਰੂਰਤ ਤੋਂ ਜ਼ਿਆਦਾ ਹੋ ਗਿਆ, ਸਾਡੇ ਨੌਲੇਜ ਵਿੱਚ ਲੈ ਕੇ ਆਓ, ਅਸੀਂ ਇੱਥੇ ਬਿਹੇਵੀਅਰ ਆਬਜ਼ਰਵ ਕਰਾਂਗੇ ਔਰ ਜ਼ਰੂਰਤ ਮੁਤਾਬਿਕ ਉਹਦੇ ਗੋਲਸ ਨੂੰ ਰੀਸੈਟ ਕਰ ਦਾਂਗੇ। ਹੋ ਸਕਦਾ ਉਸ ਨੂੰ ਥੋੜਾ ਸੌਫਟ ਕਰ ਦਾਂਗੇ। भाई मेरे 2-3-4 दिन में स्लो हो जाऊंगा, लेकिन कुछ नहीं तो कुछ अच्छा है। सो इट्स अ प्रोसेस। हर बच्चा अलग है, मैनू हर बच्चे के हिसाब नाल चीज़ां नू एडजस्ट और रीएडजस्ट करना पै सकता है। सो इस करके कोई एहो जी गल नहीं है, जिथे तुहानू लगे आना है, डिस्कस करना है, घर दे पैटर्न्स नू भी चेक करना है। कई बार देखते हैं कि घर 3-4 दिन कोई गेस्ट आए हुए थे, हुण वो चले गए, हुण अचानक बच्चे का एक शेड्यूल डिस्टर्ब होया, ਉਹਨੂੰ ਐਕਸਪਲੇਨ ਤਾਂ ਕਰ ਨਹੀਂ ਪਾ ਰਿਹਾ, ਲੇਕਿਨ ਉਹਦੇ ਬਿਹੇਵੀਅਰ ਵਿੱਚ ਨਜ਼ਰ ਆਉਣਾ ਸ਼ੁਰੂ ਹੋ ਗਿਆ। ਸੋ ਸਾਨੂੰ ਨਾ ਬਹੁਤ ਸਾਰੇ ਫੈਕਟਰਸ ਨੂੰ ਓਵਰਆਲ ਦੇਖਣਾ ਪਏਗਾ। ਸੋ ਕੁਝ ਇੱਧਰ ਦੇ ਫੈਕਟਰਸ ਹੋ ਸਕਦੇ ਨੇ, ਕੁਝ ਘਰ ਦੇ ਫੈਕਟਰ ਹੋ ਸਕਦੇ ਨੇ। ਕੁਝ ਹੋ ਸਕਦਾ ਹੈ ਸਾਡਾ ਜਦੋਂ ਕੋਈ ਕਈ ਵਾਰੀ ਪੇਟ ਅਪਸੈਟ ਹੁੰਦਾ ਹੈ, ਸਾਡੇ ਖਾਣ ਪੀਣ ਦਾ ਕੋਈ ਸਿਸਟਮ ਵਿਗੜ ਜਾਂਦਾ ਹੈ, ਅਸੀਂ ਵੀ ਆਪਣੇ ਆਪ ਨੂੰ ਬਿਮਾਰ ਜੇ ਚਿੜਚਿੜੇ ਜੇ ਮਹਿਸੂਸ ਕਰੀਦਾ, ਹੋ ਸਕਦਾ ਹੈ ਉਹ ਚੀਜ਼ ਹੋਵੇ, ਉਸ ਨੂੰ ਚੈੱਕ ਕਰੋ। ਇਸ ਲੈਵਲ ਦੇ ਉੱਤੇ ਚੀਜ਼ ਨੂੰ ਸਮਝਣ ਵਾਸਤੇ ਤਦੀ ਮੈਂ ਕਹਿ ਰਿਹਾ ਕਿ ਪੇਰੈਂਟ ਜਦ ਤੱਕ ਇੱਕ ਸਪੈਸ਼ਲ ਐਜੂਕੇਟਰ ਦੀ ਤਰ੍ਹਾਂ ਜਾਂ ਇੱਕ ਪ੍ਰੋਫੈਸ਼ਨਲ ਦੀ ਤਰ੍ਹਾਂ ਸੋਚਣਾ ਸ਼ੁਰੂ ਨਹੀਂ ਕਰੇਗਾ, ਤਦ ਤੱਕ ਉਹ ਕਨਫਿਊਜ਼ਡ ਰਹੇਗਾ। ਔਰ ਇੱਕ ਚੀਜ਼ ਸਮਝ ਲੈਣਾ, ਮੈਨੂੰ ਜਦੋਂ ਵੀ ਤੁਸੀਂ ਇਹ ਕਹਿੰਦੇ ਹੋ ਨਾ ਇਹ ਹੁਣ ਪਿਛਲੇ 2 ਦਿਨਾਂ ਤੋਂ ਬੜਾ ਡਰਨ ਲੱਗ ਗਿਆ, ਇਸ ਨੂੰ ਜਰਾ ਜਿਹਾ ਬੋਲਨੇ ਅੱਖਾਂ ਏਦਾਂ ਕਰਨ ਲੱਗ, ਮੈਂ ਨਹੀਂ ਡਰਦਾ, ਕਿਉਂਕਿ ਮੈਨੂੰ ਪਤਾ ਮੇਰੇ ਇੱਥੇ ਨੋ ਹਿਟ ਪਾਲਿਸੀ ਹੈ, ਨਹੀਂ ਹੈ। ਜਿੰਨੀ ਦੇਰ ਹੈ ਟੋਟਲ ਕੈਮਰੇ ਚੱਲ ਰਹੇ ਨੇ, ਜ਼ੀਰੋ ਟੋਲਰੈਂਸ ਪਾਲਿਸੀ ਹੈ। ਮੈਂ ਡਰਾਂ ਤਾਂ ਜਦ ਮੇਰੇ ਅੰਦਰ ਕੋਈ ਚੋਰ ਹੋਵੇ। सिस्टम चला रहे हैं, नेचुरल वे कुछ भी हो सकता है, उसको देखेंगे, उसको करेक्ट करेंगे, बट दिस इज नॉट अ ब्लेम गेम। ना मेरी थोड़ी तरफ उंगली, ना थोड़ी मेरी तरफ उंगली। मैं बार बार कह रहा है हुण एक ट्रस्ट के नाल काम करना है, एक दूसरे के नाल मिल के काम करना है। जिथे मेरी गलती होएगी या कोई चीज नजर आएगी 100% सुधारा जाएगा। मैं बिल्कुल इस लेवल पे नहीं है कि मैं अपने आप को किसी जिद के नाल या किसी चीज नाल मैं सही साबित करा। 100% कोई भी नहीं है, नॉट इवन अस। कोई भी गलती हो सकती है, कोई भी एक्सीडेंट हो सकता है, इट्स ओके, वी अंडरस्टैंड दैट। हुण मेरे बच्चे दा इत्थे किसी दा पिछे एक हथ आया सीगा, किसी दी उंगली दे उत्ते कुछ हो गया सीगा, मैनूं बच्चे दा नाम नहीं याद, पर चलो एनी हाउ कोई भी है। मैं इधर नहीं सीगा, मैं जलंधर सी, मैनूं इमीडिएटली एक फोन इधरों आ गया, एक फोन ऊपरों दी आ गया कि कुछ इस तरह होया। मैं उधरों ही मेरे को कैमरा एक्सेस आ गया, मैं सारा चेक किया, इन्हां ने फोटोज भी खिंच के भेजियां। बच्चे दे की सीगा आंदे आंदे टीचर उसको लेके जा रही सी, टीचर अगे चली गई, बच्चे का हाथ पीछे दरवाजे च रह गया, दरवाजा बंद हो गया, एक उंगली बीच आ गई। इट वाज रियली वेरी पेनफुल। मैं समझना उस चीज वास्ते मैं फटाफट उस चीज के अंदर फोन किया, मैं क्या मदर नूं दस दिता है एज पर द प्रोटोकॉल साडा हैगा कि भावें चोट इन्नी होवे भावें इन्नी होवे, ईश्वर ना करे किसी नूं भी लगे, बट इमीडिएटली इन्वॉल्व द पेरेंट, क्योंकि छुपाने की लोड़ नहीं है। जो चीज लग गई है। एक्सीडेंट साडे घरां च भी होंदे ने, सो छुपाने का कोई मतलब नहीं है। जो होएगा बाद विच देखांगे, किहड़ा सिस्टम ठीक करना है बाद विच देखांगे, बट तुसीं पहले सब तो पहले पेरेंट्स को इन्वॉल्व करो। उस टाइम पेरेंट्स ऊपर गए ने, पहले उन्होंने मैं 2 मिनट का एक कूलिंग पीरियड दिता ताकि वो देख लैन, सब चीज़ां चेक कर लैन। उस तो बाद मैं उधर दी उन्होंने फोन किया है कि हाँ जी मैं देख रहा हूँ, तुसीं बच्चे दे कोल हैगे हो, जरा एक बार देखो कि ये ठीक ने। हालांकि मैंने वो दस रहे हैं कि हल्की जी स्किन उतरी है और चीज रेडनेस हो गई है थोड़ी जी। एक बार ऐसे नहीं लग रहा कि कोई फ्रैक्चर फ्रुक्चर तो नहीं लग रहा। अगर तुम लग रहा है तो मैं जल्दी तो जल्दी किसी को भेजना वा, नाल किसी हॉस्पिटल तो चेक करवा लेंगे, कोई एक्सरे की लोड़ है। कहते नहीं मैं देख लिया इस तरह का कोई फ्रैक्चर नहीं लग रहा, बट चलो कोई गल नहीं। दे वर आल्सो सो हंबल, कहते नहीं कोई गल नहीं, असं समझने हैं, घर भी कई बार चोटां लग जांदियां ने। सो इस चीज वास्ते तो मेरे कहने का मतलब है कि मैं उस तो बाद जो मैं आया नेक्स्ट डे, मैं देखा कि प्रॉब्लम है किथे। मेरे इतने 2 दरवाजियां दे डोर क्लोजर काफी हार्श सीगे और जिवें ही छड़ते सी एकदम बंद होंदे सी झटके नाल। तुसीं देख सकते हो मेरे ख्याल बाहर के दरवाजे का भी उस तो बाद अगर किसी ने नोट किया हो तो मैं आंदे जिथे चोट नहीं लगी उत्थे दा भी हटा दिता। मैं डोर क्लोजर 3 दरवाजियां दे डोर क्लोजर ही हटवा दिते ने। करेक्शन करनी पेगी चीज़ां दी। सो हो सकती है चीज़ां साडे घर विच भी कोई नुकसान हो सकता है, चोट लग सकती है, बट इट्स ओके, वी विल हैव टू एडमिट दैट, वी विल हैव टू करेक्ट दैट। ठीक है। सो इस तरह की कोई चीज नहीं है, जरूर असं लोग आपस में एक दूसरे के नाल डिस्कस करिए और फिर उसका एक कंट्रीब्यूटरी फैक्टर लभन की कोशिश करिए बिहेवियर के अंदर। और वैसे भी स्टीरियोटिपिकल बिहेवियर मैं बार बार दस चुका,
ਇਹ ਫੇਡ ਵੀ ਹੋ ਸਕਦੇ ਨੇ, ਖਤਮ ਵੀ ਹੋ ਸਕਦੇ ਨੇ, ਰੀਇਮਰਜ ਵੀ ਹੋ ਸਕਦੇ ਨੇ, ਨਵੇਂ ਵੀ ਆ ਸਕਦੇ ਨੇ। ਸਟੀਰੀਓਟਿਪੀਕਲ ਬਿਹੇਵੀਅਰ ਕੋਈ ਵੀ ਨਵਾਂ ਵੀ ਆ ਸਕਦਾ ਹੈ ਔਰ ਪੁਰਾਣਾ ਜਿਹੜਾ ਖਤਮ ਹੋ ਗਿਆ ਸੀ ਦੁਬਾਰਾ ਆ ਸਕਦਾ ਹੈ। ਦਿਸ ਇਜ਼ ਅ ਬਿਗ ਮਿਸਟਰੀ। ਸਾਨੂੰ ਨਹੀਂ ਪਤਾ ਬੱਚਾ ਕਦੋਂ ਇਰੀਟੇਟ ਹੋ ਗਿਆ, ਉਸਨੇ ਕਿਹੜੀ ਸੂਦਿੰਗ ਬਿਹੇਵੀਅਰ, ਫਿੰਗਰ ਮੈਨਰਿਜ਼ਮ ਅਚਾਨਕ ਸ਼ੁਰੂ ਹੋ ਗਏ। ਹੁਣ ਕਿਉਂ ਸ਼ੁਰੂ ਹੋ ਗਏ ਨਹੀਂ ਪਤਾ, ਬਟ ਸ਼ੁਰੂ ਹੋ ਗਏ ਨੇ। ਓਕੇ, ਹੁਣ ਅਸੀਂ ਉਸ ਥੈਰੇਪੀ ਪ੍ਰੋਟੋਕੋਲਸ ਨੂੰ ਕੁਝ ਰਿਵਾਈਜ਼ ਕਰ ਦਾਂਗੇ। ਸੋ ਕਰੈਕਸ਼ਨਸ ਦੇ ਉੱਤੇ ਕੰਮ ਕਰਨਾ ਔਰ ਲੱਭਣ ਦੀ ਕੋਸ਼ਿਸ਼ ਕਰਨੀ ਹੈ। ਅਗਰ ਕੋਈ ਫੈਕਟਰ ਮਿਲ ਗਿਆ ਹੈ ਤਾਂ ਬਹੁਤ ਅੱਛੀ ਗੱਲ ਹੈ, ਨਹੀਂ ਤਾਂ ਫਿਰ ਜੋ ਅਸੀਂ ਮੈਕਸਿਮਮ ਕਰ ਸਕਦੇ ਹਾਂ ਪ੍ਰੋਫੈਸ਼ਨਲੀ ਉਸ ਨੂੰ ਕਰੀਏ। ਬਟ ਬੀ ਇਨਫॉर्म्ड, बी एजुकेटेड, बी ओपन एंड डिस्कस करो, बस इतनी।